ਕਿਸਾਨ ਸੰਘਰਸ਼ ਹੁਣ ਲੋਕ ਸੰਘਰਸ਼ ਬਣਦਾ ਜਾ ਰਿਹਾ ਹੈ ਔਰ ਇਹਦੇ ਪ੍ਰੋਜ਼ ਐਂਡ ਕੌਨਸ ਸਾਨੂੰ ਹੁਣੇ ਤੋਂ ਸਮਝਣੇ ਪੈਣਗੇ। ਬਰੀਕੀਆਂ ਸਮਝਣ ਦੀ ਲੋੜ ਹੈ। ਪਹਿਲੇ ਦਿਨ ਤੋਂ ਬਹੁਤ ਹੋ ਗਿਆ ਕਿ ਬਹੁਤ ਸਾਰੇ ਕਲਾਕਾਰ ਆਏ, ਕਲਾਕਾਰਾਂ ਦੇ ਨਾਲ ਗੱਲਬਾਤ ਹੁੰਦੀ ਹੈ ਤੇ ਉਹਦਾ ਰੂਪ ਕੁਝ ਹੋਰ ਹੁੰਦਾ ਹੈ, ਪਰ ਹੁਣ ਸੀਰੀਅਸਨੈਸ ਆਈ ਹੈ। ਕਲਾਕਾਰ ਸੀਰੀਅਸ ਹੈ। ਕਲਾਕਾਰ ਕਿਸਾਨ ਜਥੇਬੰਦੀਆਂ ਦੇ ਨਾਲ ਰਲ ਕੇ ਚੱਲਣ ਨੂੰ ਤਿਆਰ ਹੈ। ਜਸ ਬਾਜਵਾ ਸਾਡੇ ਨਾਲ ਨੇ। ਬਾਈ ਜੀ ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਬਾਈ ਜੀ, ਬਹੁਤ ਮਿਹਰਬਾਨੀ। ਪਹਿਲੇ ਦਿਨ ਇਹ ਲੱਗ ਰਿਹਾ ਸੀ, ਪਰਸੈਪਸ਼ਨ ਸੀ ਵੀ ਸ਼ਾਇਦ ਕਲਾਕਾਰ ਇੱਕ ਦਿਨ ਵਾਸਤੇ ਆਏ ਹੈ, ਬਹੁਤ ਸਾਰਾ ਮੀਡੀਆ ਹੁੰਦਾ ਹੈ, ਇੱਕ ਥਾਟ ਬਣਦਾ, ਪਰ ਹੌਲੀ ਹੌਲੀ ਸੀਰੀਅਸਨੈਸ ਤੁਹਾਡੀ ਅੱਗੇ ਆਉਣ ਲੱਗੀ ਹੈ। ਆਈ ਥਿੰਕ ਮੈਨੂੰ ਵੀ ਇਹੀ ਲੱਗਦਾ ਕਿ ਸ਼ਾਇਦ ਲੋਕਾਂ ਦੇ ਵੀ ਦਿਮਾਗ 'ਚ ਇਹੀ ਸੀ ਵੀ ਇਹ 4 ਦਿਨ ਲਈ ਆਉਣਗੇ, ਵੀ ਉਦੋਂ ਬਾਅਦ 'ਚ ਕਿਹਨੇ ਧਰਨਿਆਂ ਤੇ ਬਹਿਣਾ ਜਾਂ ਕਿਹਨੇ ਸਾਡੇ ਬਜ਼ੁਰਗਾਂ ਨਾਲ ਬਹਿ ਕੇ ਧੂੜ ਫੱਕਣੀ ਹੈ। ਅੱਜ ਜਿੱਥੇ ਸਾਡੀ ਗੌਰਮੈਂਟ ਨੂੰ ਇਹ ਸੁਨੇਹਾ ਦੇਣਾ ਚਾਹੀਦਾ ਸੀ ਵੀ ਅਸੀਂ ਤੁਹਾਡੀ ਲੜਾਈ ਮੂਹਰੇ ਹੋ ਕੇ ਲੜਾਂਗੇ, ਅੱਜ ਅਸੀਂ ਉਹ ਸਰਕਾਰ ਵਾਲਾ ਕੰਮ ਮੈਨੂੰ ਲੱਗਦਾ ਸਾਡੀ ਇੰਡਸਟਰੀ ਨੇ ਕੀਤਾ। ਮੂਹਰੇ ਆ ਕੇ ਨੌਜਵਾਨਾਂ ਨੂੰ ਲੱਗਿਆ ਵੀ ਹਾਂ ਯਾਰ ਇਹ ਗੱਲ ਕੋਈ ਵਾਕਈ ਸੀਰੀਅਸ ਹੈ। ਪਹਿਲਾਂ ਉਹਨਾਂ ਨੂੰ ਬਿੱਲ ਬਾਰੇ ਮੈਂ ਇਹ ਗੱਲ ਕਹਿਣ ਨੂੰ ਤਿਆਰ ਹਾਂ ਵੀ ਕੋਈ ਜ਼ਿਆਦਾ ਨੌਲੇਜ ਨਹੀਂ ਸੀ ਕਲਾਕਾਰਾਂ ਨੂੰ ਜਾਂ ਲੋਕਾਂ ਨੂੰ ਵੀ ਜਿਹੜਾ ਯੂਥ ਹੈ ਉਹਨਾਂ ਨੂੰ ਵੀ ਇਦਾਂ ਨਹੀਂ ਲੱਗਦਾ ਸੀ ਵੀ ਇਹ ਬਿੱਲ ਪਤਾ ਨਹੀਂ ਕੀ ਹੈ, ਵੀ ਚਲੋ ਜਿੱਦਾਂ ਆਮ ਧਰਨੇ ਲੱਗਦੇ ਨੇ ਉਦਾਂ ਇਹ ਇੱਕ ਬਿੱਲ ਹੈ। ਪਰ ਜਦੋਂ ਜਾ ਕੇ ਕਲਾਕਾਰਾਂ ਨੇ, ਕਿਉਂਕਿ ਓਬਵੀਅਸਲੀ ਗੱਲ ਹੈ ਜੀ, ਐਜੂਕੇਟਡ ਨੇ, ਇੰਨਾ ਕੁ ਤਾਂ ਕਲਾਕਾਰ ਪੜ੍ਹਿਆ ਜਾਂ ਪੜ੍ਹਿਆ ਨਹੀਂ ਤਾਂ ਉਹਦਾ ਤਜਰਬਾ ਹੈਗਾ ਵੀ ਉਹਨੂੰ ਚੰਗੇ ਮਾੜੇ ਦਾ ਪਤਾ ਹੈ। ਉਹਨੇ ਜਦੋਂ ਲੋਕਾਂ ਨੂੰ ਦੱਸਣਾ ਸ਼ੁਰੂ ਕੀਤਾ ਵੀ ਇਹ ਸਾਡੇ ਤੇ ਸਿੱਧੇ ਤੌਰ ਤੇ ਮਾਰ ਹੈ ਸਾਡੀਆਂ ਫਸਲਾਂ ਤੇ, ਤਾਂ ਲੋਕ ਉਹ ਕਿਤੇ ਨਾ ਕਿਤੇ ਸੁਣਨ ਲੱਗੇ ਵੀ ਹਾਂ ਯਾਰ ਵਾਕਈ ਐਂਡ ਆਫ ਦਾ ਡੇ ਸਾਰਿਆਂ ਨੂੰ ਇਹ ਤਾਂ ਪਤਾ ਲੱਗ ਗਿਆ ਵੀ ਸਾਡੀਆਂ ਜ਼ਮੀਨਾਂ ਖੋਹੀਆਂ ਜਾ ਰਹੀਆਂ ਨੇ। ਸੋ ਸੀਰੀਅਸਨੈਸ ਆਈ ਹੈ ਜੀ ਲੋਕਾਂ 'ਚ ਕਿਤੇ ਨਾ ਕਿਤੇ, ਤਾਂ ਸੰਘਰਸ਼ ਹੈ ਜਿਹੜਾ ਹੁਣ ਮੈਨੂੰ ਲੱਗਦਾ ਇੱਕ ਵਿਸ਼ਾਲ ਰੂਪ ਲੈ ਚੁੱਕਿਆ। ਉਹ ਕੱਲ ਜਦੋਂ ਉੱਥੇ ਮੀਟਿੰਗ ਵੀ ਕੀਤੀ ਹੈ ਤੁਸੀਂ, ਕੋਈ ਕਿਸੇ ਦਾ ਈਗੋ ਫੈਕਟਰ ਤਾਂ ਨਹੀਂ ਆਇਆ, ਚਾਹੇ ਜਥੇਬੰਦੀਆਂ 'ਚੋਂ ਚਾਹੇ ਕਲਾਕਾਰਾਂ 'ਚੋਂ? ਨਾ, ਬਿਲਕੁਲ ਵੀ ਨਹੀਂ ਆਇਆ। ਈਵਨ ਕਿ ਮੈਂ ਤਾਂ ਉੱਥੇ ਇਹ ਗੱਲ ਕਹੀ ਸੀਗੀ, ਉੱਥੇ ਜਥੇਬੰਦੀਆਂ ਨੇ 31 ਜਥੇਬੰਦੀਆਂ ਸੀ ਪੰਜਾਬ ਦੀਆਂ, ਤਾਂ ਪਹਿਲਾਂ ਤਾਂ ਇਹ ਆ ਵੀ ਪਹਿਲਾਂ ਇਹ ਹੋਇਆ ਵੀ ਪਹਿਲੀ ਵਾਰੀ ਉਹ ਇੱਕ ਹੋਈਆਂ ਨੇ। ਜਦੋਂ ਉਹ ਇੱਕ ਹੋ ਗਈਆਂ, ਅਸੀਂ ਪਹਿਲੇ ਦਿਨ ਤੋਂ ਇਹ ਕਹਿੰਦੇ ਆ ਰਹੇ ਹਾਂ ਵੀ ਭਾਈ ਇੱਕ ਹੋ ਜਾਓ, ਇੱਕ ਹੋ ਜਾਓ। ਹੁਣ ਉਹ ਇੱਕ ਹੋ ਗਈਆਂ ਤਾਂ ਸਾਡਾ ਪਹਿਲਾ ਫਰਜ਼ ਬਣਦਾ ਸੀ, ਕਿਉਂਕਿ ਅਸੀਂ ਚੱਲੇ ਸੀ, ਅਸੀਂ ਯਾਦ ਦੇ ਸਾਰੇ ਉਹਨਾਂ ਨੂੰ ਸਮਰਥਨ ਦੇਤਾ ਆਪਦਾ ਵੀ ਤੁਸੀਂ ਇੱਕ ਹੋ ਗਏ, ਅਸੀਂ ਤੁਹਾਡੇ ਨਾਲ ਹਾਂ ਜੀ, ਹੁਣ ਤੁਸੀਂ ਸਾਨੂੰ ਰਾਹ ਦੱਸੋ, ਅਸੀਂ ਨੌਜਵਾਨੀ ਨੂੰ ਇਕੱਠ ਕਰਦੇ ਹਾਂ, ਸਾਡਾ ਇਹ ਫਰਜ਼ ਹੈ। ਸੋ ਹੁਣ ਉਹ ਮੈਨੂੰ ਲੱਗਦਾ ਜਿਹੜਾ ਏਕਾ ਹੋਇਆ ਉਹ ਇੱਕ ਬਹੁਤ ਵਿਸ਼ਾਲ ਧਰਨੇ ਨੂੰ ਜਾਂ ਬਹੁਤ ਵਿਸ਼ਾਲ ਸੰਘਰਸ਼ ਦਾ ਰੂਪ ਬਣ ਕੇ ਅੱਗੇ ਉੱਭਰੂਗਾ ਜੀ। ਅੱਗੇ ਰੂਪਰੇਖਾ ਕੀ ਹੈ? ਅੱਗੇ ਕਿਸ ਤਰ੍ਹਾਂ ਹੁਣ ਮੂਵ ਕਰੋਗੇ? ਕਿੰਨਾ ਲੰਮਾ ਚੱਲੂਗਾ? ਥਾਟ ਕੀ ਹੈ? ਮੈਂ ਤਾਂ ਦੇਖੋ ਅੱਜ ਵੀ ਉੱਥੇ ਸਟੇਜ ਤੇ ਇਹੀ ਗੱਲ ਕਹੀ ਸੀ ਵੀ ਧਰਨਿਆਂ ਦਾ ਮਾਹੌਲ ਮੈਨੂੰ 20-22 ਦਿਨ ਹੋ ਗਏ ਲੱਗੇ ਨੂੰ, ਵੀ ਬਹੁਤ ਹੋ ਗਿਆ। ਅਗਲਾ ਸਟੈਪ ਸਾਡੇ ਤੋਂ ਲਿਆ ਨਹੀਂ ਜਾ ਰਿਹਾ ਵੀ ਅਗਲਾ ਸਟੈਪ ਹੋਊਗਾ ਕੀ। ਕੱਲ ਉੱਥੇ ਉਹਨਾਂ ਨਾਲ ਗੱਲ ਕੀਤੀ ਵੀ ਤੁਸੀਂ ਕੋਈ ਐਸੀ ਰਣਨੀਤੀ ਬਣਾਓ ਜਿਹਦੀ ਜਿਹੜੀ ਸੱਟ ਹੈ ਉਹ ਸਿੱਧੀ ਕੇਂਦਰ ਸਰਕਾਰ ਤੱਕ ਜਾ ਕੇ ਵੱਜੇ ਤੇ ਉੱਥੇ ਕੋਈ ਹਲਚਲ ਹੋਵੇ। ਹਲੇ ਤੱਕ ਕੋਈ ਹਲਚਲ ਨਹੀਂ ਹੈਗੀ, ਪਰ ਇਹ ਵੀ ਨਹੀਂ ਕਿਹਾ ਜਾ ਸਕਦਾ ਵੀ ਹਲਚਲ ਹੈ ਨਹੀਂ, ਹਲਚਲ ਹੈਗੀ ਹੈ। ਮੋਦੀ ਜੀ ਦੁਬਾਰੇ ਆ ਕੇ ਕਹਿੰਦੇ ਆ ਕਿ ਕੁਝ ਵਿਦਰੋਹੀ ਲੋਕ ਇਸ ਬਿੱਲ ਦਾ ਵਿਦਰੋਹ ਕਰ ਰਹੇ ਆ, ਤੁਹਾਨੂੰ ਭੜਕਾ ਰਹੇ ਆ। ਉਹ ਵੀ ਡਿਪਰੈਸ਼ਨ ਦੇ ਵਿੱਚ ਨੇ, ਉਹਨਾਂ ਨੂੰ ਵੀ ਥੋੜਾ ਫਰਕ ਹੈਗਾ ਵੀ ਹਾਂ ਯਾਰ ਲਗਾਤਾਰ ਪੰਜਾਬ 'ਚ ਤੇ ਹਰਿਆਣੇ 'ਚ ਵਿਦਰੋਹ ਹੋਣ ਜਾ ਰਿਹਾ। ਸੋ ਮੈਨੂੰ ਲੱਗਦਾ ਕਿ ਹੁਣ ਜਿਹੜਾ ਸਾਡਾ ਉਹਨਾਂ ਨਾਲ ਜਥੇਬੰਦੀਆਂ ਨਾਲ ਤੇ ਕਲਾਕਾਰਾਂ ਦਾ ਭਾਈਚਾਰਕ ਸਾਂਝ ਹੋਈ। ਅੱਜ ਉੱਥੇ ਡੱਲੇ ਵਾਲੇ ਸਾਹਿਬ ਵੀ ਆਏ ਸੀ, ਤਾਂ ਕਰਕੇ ਉਹਨਾਂ ਨੂੰ ਲੈ ਕੇ ਆਇਆ ਸੀ ਮੈਂ ਵੀ ਇਕੱਠ ਆ ਗਿਆ, ਕਿਤੇ ਇਹ ਨਾ ਹੋਵੇ ਵੀ ਹਾਂਜੀ ਚੱਕ ਦਿਆਂਗੇ ਜੀ, ਟੰਗ ਦਿਆਂਗੇ ਜੀ, ਯੂਥ ਉੱਥੋਂ ਐਂ ਕਰਕੇ ਮੁੜ ਜਾਵੇ। ਉਹਨਾਂ ਦੀ ਗੱਲ ਸੁਣੇ ਕਿ ਅਸਲ 'ਚ ਮੁੱਦਾ ਹੈ ਕੀ ਆ। ਸੋ ਅਗਲੇ ਜਿਹੜੀਆਂ ਸਾਡੇ ਧਰਨੇ ਨੇ ਜਾਂ ਜਿਹੜੀਆਂ ਸਾਡੇ ਰੋਸ ਮੁਜ਼ਾਹਰੇ ਨੇ, ਉਹਨਾਂ 'ਚ ਇਹ ਸਲਾਹ ਅਸੀਂ ਉਹਨਾਂ ਨੂੰ ਦਿੱਤੀ ਸੀ ਕਿ ਤੁਸੀਂ ਸਾਡੇ ਨਾਲ ਚੱਲਿਆ ਕਰੋ ਤੇ ਤੁਸੀਂ ਜ਼ਿਆਦਾ ਵਧੀਆ ਤਰੀਕੇ ਨਾਲ ਲੋਕਾਂ ਨੂੰ ਦੱਸ ਸਕਦੇ ਹੋ ਸਾਡਾ ਨੁਕਸਾਨ ਕੀ ਆ। ਉਦੋਂ ਬਾਅਦ 'ਚ ਧਰਨੇ ਦਾ ਪੰਜਾਬ 'ਚ ਚੱਲ ਹੀ ਰਹੇ ਨੇ। ਅਸੀਂ ਕੱਲ ਤੋਂ ਉਹਨਾਂ ਨੇ ਇੱਕ ਸਾਨੂੰ ਦੱਸਿਆ ਕਿ ਅਸੀਂ ਰੇਲਾਂ ਰੋਕਾਂਗੇ ਅਣਮਿੱਥੇ ਸਮੇਂ ਲਈ। 1 ਤਰੀਕ ਨੂੰ ਅਸੀਂ ਉੱਥੇ ਜਾ ਕੇ ਬਹਿ ਜਾਾਂਗੇ ਤੇ ਜਿੱਥੇ ਵੀ ਸਾਡੇ ਸਪੈਸੀਫਿਕ ਪੁਆਇੰਟ ਅਜੇ ਡਿਸਕਸ ਹੋਇਆ ਵੀ ਕਿੱਥੇ ਬਹਿਣਾ ਜਾ ਕੇ, ਕਿੱਥੋਂ? ਸ਼ੰਭੂ ਦੇ ਨੇੜੇ ਜਿਹੜਾ ਟਾਰਗੇਟ ਆ, ਜਿਹੜੀਆਂ ਮਾਲ ਗੱਡੀਆਂ ਆਉਂਦੀਆਂ ਨੇ, ਅਸੀਂ ਉਹ ਰੇਲਾਂ ਰੋਕਾਂਗੇ ਜਿਹਦਾ ਨੁਕਸਾਨ ਹੋਵੇ, ਕਿਉਂਕਿ ਉਦਾਂ ਦਾ ਸਵਾਰੀਆਂ ਵਾਲੀਆਂ ਤਾਂ 2 ਹੀ ਟ੍ਰੇਨਾਂ ਚੱਲਦੀਆਂ ਨੇ, ਉਹਦਾ ਕੋਈ ਜ਼ਿਆਦਾ ਫਰਕ ਨਹੀਂ ਹੋਣਾ। ਸੋ ਉਹ ਰੇਲਾਂ ਰੋਕਾਂਗੇ ਸ਼ੰਭੂ ਦੇ ਨੇੜੇ। ਬਾਰਡਰ ਵੀ ਸ਼ੰਭੂ ਬੈਰੀਅਰ ਜਿਹੜਾ ਅੱਗੇ ਸੜਕ ਤੇ ਬੈਠੇ ਸੀ ਉਹ ਵੀ ਰੋਕਿਆ ਜਾਊਗਾ? ਉਹਦੀ ਹਲੇ ਪਹਿਲਾ ਇਹ ਮੁੱਦਾ ਨਿਕਲਿਆ ਕਿ ਰੇਲਾਂ ਹੀ ਰੋਕਾਂਗੇ। ਜਦੋਂ ਉਹ ਰੇਲਾਂ ਵਾਲਾ ਜੇ ਸਾਡਾ ਮੰਨ ਲਓ ਵੀ ਸਿਸਟਮ ਸਫਲ ਹੋ ਗਿਆ ਤਾਂ ਅਸੀਂ ਉੱਥੇ ਪਰਮਾਨੈਂਟ ਇਕੱਠ ਵਧਾਵਾਂਗੇ। ਜੇ ਬਾਈ ਚਾਂਸ ਕਿਤੇ ਉੱਥੇ ਥੋੜਾ ਬਹੁਤਾ ਉੱਥੇ ਤੱਕ ਦਿੱਲੀ ਤੱਕ ਗੱਲ ਨਾ ਪਹੁੰਚੀ, ਉਦੋਂ ਬਾਅਦ 'ਚ ਸਾਨੂੰ ਪ੍ਰੋਪਰ ਤੌਰ ਤੇ ਪਤਾ ਕਿ ਬਾਰਡਰ ਰੋਕ ਕੇ ਤਾਂ ਉਹ ਗੱਲ ਪਹੁੰਚ ਹੀ ਜਾਣੀ ਹੈ। ਫਿਰ ਅਸੀਂ 10 ਜਾਂ 12 ਦਿਨਾਂ ਲਈ ਉੱਥੇ ਪਰਮਾਨੈਂਟ ਮੋਰਚਾ ਲਾ ਦਾਂਗੇ, ਪਰ ਲਾਵਾਂਗੇ ਜੀ ਜਥੇਬੰਦੀਆਂ ਦੀ ਸਲਾਹ ਨਾਲ। ਇਹ ਵੀ ਇੱਕ ਕਾਲ ਸੀਗੀ ਉੱਥੋਂ ਸਟੇਜ ਤੋਂ, ਇਹ ਵੀ ਬੋਲਿਆ ਜਾ ਰਿਹਾ ਸੀਗਾ ਕਿ ਵੱਡੇ ਜਿਹੜੇ ਕਾਰਪੋਰੇਟਸ ਨੇ, ਅਦਾਨੀ, ਅੰਬਾਨੀ, ਚਾਹੇ ਰਿਲਾਇੰਸ ਦੇ ਪੰਪ ਨੇ, ਚਾਹੇ ਜੀਓ ਦਾ ਫੋਨ ਯੂਜ਼ ਕਰਦੇ ਆ, ਕਿ ਉਹਨਾਂ ਦਾ ਬਾਇਕਾਟ ਕਰਨਾ ਸ਼ੁਰੂ ਕਰੋ। ਇਹ ਵੀ ਕਾਲ ਹੈਗੀ ਹੈ? ਹਾਂ, ਇਹ ਤਾਂ ਪਹਿਲੇ ਦਿਨ ਤੋਂ ਹੀ ਕਾਲ ਹੈ। ਜਦੋਂ ਦਾ ਮੈਂ ਤਾਂ ਲਾਈਵ ਵੀ ਹੁੰਦਾ ਸੀ, ਜਦੋਂ ਵੀ ਇਹੀ ਗੱਲ ਕਹਿਣਾ ਕਿ ਕਿਉਂਕਿ ਹੁਣ ਸਾਰਿਆਂ ਨੂੰ ਪਤਾ ਲੱਗ ਗਿਆ ਕਿ ਇੱਥੇ
ਅਡਾਨੀ ਤੇ ਅਬਾਨੀ ਨੇ ਹੀ ਆਉਣਾ ਹੈ, ਕਿਉਂਕਿ ਜਿਹੜਾ ਉਹ ਸੈਲੋ ਉੱਥੇ ਬਣਿਆ ਹੈ, ਉਹ ਅਡਾਨੀਆਂ ਦਾ ਹੀ ਹੈ। ਤਾਂ ਪੰਜਾਬ 'ਚ ਜਦੋਂ ਉਹਨਾਂ ਦੇ ਬਿਜ਼ਨਸ ਨੂੰ ਇਫੈਕਟ ਹੋਊਗਾ, ਜਦੋਂ ਹੁਣ ਮੈਂ ਦੇਖਿਆ ਸੀ ਕਿਤੇ ਫੇਸਬੁੱਕ ਤੇ ਜਾਂ ਸੋਸ਼ਲ ਮੀਡੀਆ ਤੇ ਕਿ ਕਿੰਨੇ ਹਜ਼ਾਰ ਸਿਮ ਹੈ ਜਿਹੜਾ ਉਹ ਲੋਕਾਂ ਨੇ ਤੋੜਤਾ, ਬਾਈਕਾਟ ਕਰਤਾ ਰਿਲਾਇੰਸ ਦੇ। ਈਵਨ ਕਿ ਮੈਂ ਲੰਘਦਾ ਹੋਇਆ ਰਿਲਾਇੰਸ ਦੇ ਪੰਪ ਤੇ, ਇੱਕ ਦਿਨ ਮੈਂ ਕਿਸੇ ਰੈਲੀ ਤੋਂ ਜਾ ਰਿਹਾ ਸੀ, ਮੈਂ ਗੱਡੀ ਰੋਕੀ ਰਿਲਾਇੰਸ ਦੇ ਪੰਪ ਤੇ, ਮੈਂ ਉਹਨਾਂ ਨੂੰ ਪੁੱਛਿਆ ਵੀ ਜਦੋਂ ਅਸੀਂ ਬਾਈ ਲਗਾਤਾਰ ਤੁਹਾਡੇ ਇਹਨਾਂ ਦਾ ਵਿਰੋਧ ਕਰ ਰਹੇ ਹਾਂ ਵੀ ਤੁਹਾਡੀ ਸੇਲ ਤੇ ਫਰਕ ਪਿਆ? ਉਹਨੇ ਸਿੱਧੇ ਤੌਰ ਤੇ ਮੈਨੂੰ ਇਹ ਗੱਲ ਕਹੀ ਕਿ ਹਾਂ ਪਿਆ, ਸਾਡੀ ਸੇਲ ਤੇ ਫਰਕ ਪਿਆ। ਜੇ ਪਹਿਲਾਂ ਸਾਡੀ ਦਿਹਾੜੀ 8-9 ਲੱਖ ਦੀ ਲੱਗਦੀ ਸੀ ਤਾਂ ਅੱਜ ਉਹ ਸਿਰਫ 4 ਲੱਖ ਦੀ ਰਹਿ ਗਈ, ਤਾਂ ਫਰਕ ਤਾਂ ਹੈਗਾ ਹੀ ਹੈ ਨਾ ਜੀ। ਓਬਵੀਅਸਲੀ ਅਸੀਂ ਪ੍ਰੋਪਰ ਤੌਰ ਤੇ ਇਹ ਕਹਿ ਰਹੇ ਹਾਂ ਵੀ ਤੁਸੀਂ ਉਹਨਾਂ ਦਾ ਚੀਜ਼ਾਂ ਦਾ ਹੀ ਬਾਈਕਾਟ ਕਰ ਦਿਓ। ਜਦੋਂ ਉਹ 4 ਲੱਖ ਤੋਂ ਵੀ ਲੱਖ ਤੇ ਆ ਗਈ ਤਾਂ ਕਿਤੇ ਨਾ ਕਿਤੇ ਜਾ ਕੇ ਉੱਤੇ ਹਲਚਲ ਹੋਊਗੀ ਨਾ। ਅੰਬਾਨੀ ਨੇ, ਮੋਦੀ ਉਨੀ ਨੇ, ਉਹ ਕਹਿਣਗੇ ਵੀ ਸਾਨੂੰ ਇਸ ਬਿਜ਼ਨਸ 'ਚੋਂ ਪੰਜਾਬੀਆਂ ਨੇ ਪ੍ਰੋਫਿਟ ਨਹੀਂ ਦੇਣਾ, ਸੋ ਸਾਨੂੰ ਇੱਧਰ ਟਾਈਮ ਖਰਾਬ ਕਰਨ ਦੀ ਲੋੜ ਨਹੀਂ ਹੈਗੀ, ਅਸੀਂ ਕੋਈ ਹੋਰ ਪਲਾਨ ਅਪ ਕਰੀਏ। ਸੋ ਮੈਨੂੰ ਲੱਗਦਾ ਵੀ ਇਦਾਂ ਰਿਲਾਇੰਸ ਦਾ ਬਾਈਕਾਟ ਕਰਕੇ, ਅਡਾਨੀਆਂ ਦਾ ਬਾਈਕਾਟ ਕਰਕੇ ਸਾਡਾ ਜਿਹੜਾ ਮੁੱਦਾ ਹੈ ਉਹ ਹੱਲ ਹੋ ਸਕਦਾ ਕਿਤੇ ਨਾ ਕਿਤੇ ਜਾ ਕੇ। ਵੱਡਾ ਸਵਾਲ ਇਹ ਹੈ ਕਿ ਕਲਾਕਾਰਾਂ ਦੀ ਵੀ ਗੱਲ ਹੋ ਰਹੀ ਸੀਗੀ, ਲੇਕਿਨ ਮੋਸਟ ਆਫ ਦਾ ਕਲਾਕਾਰ ਜਿਹੜੇ ਜ਼ਿਆਦਾਤਰ ਨੇ ਉਹ ਕਿਸਾਨਾਂ ਦੇ ਪੁੱਤ ਆਪ ਨੇ। ਤਾਂ ਇੱਕ ਇਹ ਵੀ ਮੈਸੇਜ ਜਾ ਰਿਹਾ ਕਿ ਕਿਸਾਨ ਦਾ ਪੁੱਤ ਉੱਠ ਖੜਿਆ, ਬਾਕੀਆਂ ਨੂੰ ਵੀ ਨਾਲ ਉੱਠਣਾ ਪੈਣਾ। ਬਿਲਕੁਲ, ਮੈਨੂੰ ਲੱਗਦਾ ਵੀ ਇਹਦੇ 'ਚ ਪੰਜਾਬੀ ਇੰਡਸਟਰੀ ਨੂੰ ਮੈਂ ਇਹ ਇੱਥੇ ਸਲਾਹੂੰਗਾ ਜੀ ਆਪਣੇ ਵੱਲੋਂ ਵੀ। ਉਹਨਾਂ ਨੇ ਇਹ ਪਹਿਲ ਕੀਤੀ ਹੈ। ਮੈਂ ਪਹਿਲਾਂ ਵੀ ਕਿਹਾ ਵੀ ਜਿਹੜਾ ਕੰਮ ਰਾਜਨੀਤਿਕ ਲੋਕਾਂ ਨੂੰ ਕਰਨਾ ਚਾਹੀਦਾ ਸੀ ਉਹ ਸਾਡੇ ਭਰਾਵਾਂ ਨੇ ਕੀਤੀ ਹੈ। ਕਿ ਦੂਜੀ ਗੱਲ ਇਹ ਆ ਵੀ ਇਹ ਪ੍ਰੂਫ ਕਰਤਾ ਵੀ ਉਹ ਕਲਾਕਾਰ ਇੱਕ ਦਿਨ ਲਈ ਜਾਂ 2 ਦਿਨ ਲਈ ਨਹੀਂ ਆਏ। ਹੁਣ ਸਾਡੀਆਂ ਗੱਲਾਂ ਬਾਤਾਂ ਵੀ ਇਹ ਹੁੰਦੀਆਂ ਨੇ, ਬਾਈ ਅਗਲੀ ਰਣਨੀਤੀ ਕੀ ਆ, ਅਗਲਾ ਧਰਨਾ ਕਿੱਥੇ ਆ, ਕਿਸੇ ਨਾਲ ਕਿਸੇ ਦੀ ਕੋਈ ਗੱਲ ਹੋਈ ਤੇ ਉਹ ਪ੍ਰੋਪਰ ਤੌਰ ਤੇ ਲੋਕਾਂ ਨਾਲ ਇਹ ਵਾਅਦਾ ਕਰ ਚੁੱਕੇ ਨੇ ਵੀ ਅਸੀਂ ਤਾਂ ਡਟੇ ਰਹਾਂਗੇ, ਅਸੀਂ ਨਹੀਂ ਹੁਣ ਇੱਥੋਂ ਪਿੱਛੇ ਹਟਦੇ। ਸੋ ਉਹ ਕਲਾਕਾਰ ਕਰ ਵੀ ਰਹੇ ਨੇ ਤੇ ਅੱਗੇ ਕਰਦੇ ਵੀ ਰਵਾਂਗੇ ਜੀ। ਜੋਸ਼ ਕਿੰਨਾ ਕੁ ਦੇਖਿਆ ਤੁਸੀਂ ਨੌਜਵਾਨਾਂ ਦੇ ਵਿੱਚ? ਹਾਲਾਂਕਿ ਹੋਸ਼ ਦੀ ਲੋੜ ਹੈ, ਵਾਰ-ਵਾਰ ਇਹ ਕਹਿ ਰਹੇ ਹੋ ਸਟੇਜਾਂ ਤੋਂ। ਡੱਲੇਪੁਰ ਸਾਹਿਬ ਨੇ ਤਾਂ ਕਮਾਲ ਦਾ ਐਕਸਪਲੇਨ ਕੀਤਾ, ਹੁਣੇ ਅੰਮ੍ਰਿਤ ਮਾਨ ਸਾਹਿਬ ਦੇ ਨਾਲ ਵੀ ਆਹੀ ਗੱਲ ਹੋ ਰਹੀ ਸੀ, ਪਰ ਜੋਸ਼ ਵੀ ਰੱਖਣਾ ਪੈਣਾ ਨਾਲ। ਮੈਂ ਦੇਖੋ, ਪਹਿਲੀ ਗੱਲ ਇਹ ਆ ਵੀ ਮੈਂ ਬਹੁਤ ਚਿਰ ਤੋਂ ਧਰਨੇ ਕਰ ਰਿਹਾ। ਮੈਂ ਪਹਿਲਾਂ ਨਿਕਲ ਗਿਆ ਸੀ ਜੀ ਘਰੋਂ। ਅੱਜ ਜਿਹੜਾ ਬਠਿੰਡੇ 'ਚ ਕਿਤੇ ਨਾ ਕਿਤੇ ਹੋਇਆ, ਨੌਜਵਾਨ ਥੋੜੀ ਜੀ ਉਮਰ ਦਾ ਵੀ ਤਕਾਜ਼ਾ ਹੁੰਦਾ ਮੱਕੜ ਸਾਹਿਬ, ਜਿਹੜੀ ਉਹ ਉਮਰ ਹੁੰਦੀ ਹੈ ਨਾ ਜੀ, ਉਹਨਾਂ ਨੂੰ ਇੰਨਾ ਬਿਲਾਂ ਨਾਲ ਜਾਂ ਕਿਸੇ ਚੀਜ਼ਾਂ ਨਾਲ, ਸਰਕਾਰੀ ਚੀਜ਼ਾਂ ਨਾਲ ਮਤਲਬ ਨਹੀਂ ਹੁੰਦਾ। ਉਹਨਾਂ ਨੂੰ ਤਾਂ ਐ ਹੁੰਦਾ ਵੀ ਸਟੇਜ ਤੇ 4 ਕਲਾਕਾਰ ਨੇ। ਸੋ ਡੱਲੇਵਾਲ ਸਾਹਿਬ ਨੂੰ ਲੈ ਕੇ ਆਉਣ ਦਾ ਮਤਲਬ ਹੀ ਉਹ ਸੀ ਵੀ ਉਹਨਾਂ ਚੋਂ ਜਿਹੜੇ ਲੋਕ ਸਾਡੇ ਪੱਕੇ ਹਮਦਰਦੀ ਨੇ ਉਹ ਉਹਨਾਂ ਦੀ ਗੱਲ ਸੁਣਨਗੇ, ਜਿਹੜੇ ਸੀਰੀਅਸ ਵੀ ਨੇ। ਮੈਂ ਨਹੀਂ ਇਹ ਕਹਿੰਦਾ ਵੀ ਸਾਡਾ ਕੋਈ ਪੱਕਾ ਹਮਦਰਦੀ ਨਹੀਂ, ਜਿਹੜਾ ਭਰਾ ਉੱਥੇ ਕਦਮ ਚੱਲ ਕੇ ਆ ਗਿਆ ਸਾਡੇ ਲਈ ਤਾਂ ਉਹ ਸਿਰ ਮੱਥੇ ਹੈ। ਪਰ ਮੈਨੂੰ ਐ ਸੀ ਵੀ ਜੇ ਕੋਈ ਉਸ ਮੰਚ ਤੇ ਇਕੱਠੇ ਹੋਏ ਨੇ ਤਾਂ ਕੋਈ ਚੰਗੀ ਚੀਜ਼, ਕੋਈ ਚੰਗਾ ਸੁਨੇਹਾ ਸਮਝ ਕੇ ਜਾਣ ਵੀ ਆਉਣ ਵਾਲੇ ਸਮੇਂ 'ਚ ਸਾਡੀਆਂ ਨਸਲਾਂ ਤੇ, ਸਾਡੀਆਂ ਫਸਲਾਂ ਤੇ ਇਹਨਾਂ ਬਿਲਾਂ ਦਾ ਮਾਰੂ ਅਸਰ ਹੋਊਗਾ ਕੀ। ਪਰ ਤੁਹਾਨੂੰ ਇਹ ਲੱਗਦਾ ਬੜੀ ਵਧੀਆ ਗੱਲ ਉੱਥੋਂ ਤੁਸੀਂ ਸਟੇਜ ਤੋਂ ਇੱਕ ਕਰ ਰਹੇ ਸੀ ਕਿ ਪੰਜਾਬ ਦਾ ਪੁੱਤ ਕੌਣ ਹੈ ਹੁਣ ਪਤਾ ਲੱਗੂਗਾ। ਸਨੀ ਦਿਓਲ ਜਾਂ ਗੁਰੂ ਰੰਧਾਵਾ ਵਰਗਿਆਂ ਨੇ ਹਾਂ ਦਾ ਨਾਰਾ ਤੱਕ ਨਹੀਂ ਮਾਰਿਆ। ਸ਼ਰੇਆਮ ਮੈਂ ਨਾਂ ਲੈ ਕੇ ਕਿਹਾ, ਇੱਥੇ 2 ਕਲਾਕਾਰਾਂ ਦੇ ਨਾਲ ਤੁਸੀਂ ਸਿੱਧੇ ਤੌਰ ਤੇ ਅਕਸ਼ੇ ਕੁਮਾਰ ਨੂੰ ਵੀ ਐਡ ਕਰੋ, ਕਿਉਂਕਿ ਜਦੋਂ ਉਹਨੂੰ TRP ਦੀ ਲੋੜ ਹੁੰਦੀ ਆ ਜਾਂ ਜਦੋਂ ਉਹਨੂੰ ਪੈਸੇ ਦੀ ਲੋੜ ਹੁੰਦੀ ਆ, ਬਿਜ਼ਨਸ ਦੀ ਲੋੜ ਹੁੰਦੀ ਆ, ਉਹ ਫਿਲਮਾਂ ਬਣਾਉਂਦਾ। ਸਾਰਾ ਗੜੀ ਤੇ ਸੂਰਾ ਸੋ ਪਹਿਚਾਣੀਏ ਜੋ ਲੜੇ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੂ ਕਬੂ ਨਾ ਛੱਡਾਂ ਖੇਤ, ਸਾਡੀ ਬਾਣੀ ਨੂੰ ਵੀ ਯੂਜ਼ ਕਰ ਲੈਂਦੇ ਨੇ। ਮੈਨੂੰ ਸ਼ਰਮ ਆਉਂਦੀ ਹੈ ਇਹ ਗੱਲ ਕਹਿਣ ਲੱਗੇ ਕਿ ਪੱਗ ਬੰਨ ਕੇ ਕਦੇ ਸਿੰਘ ਇਜ਼ ਕਿੰਗ, ਸਿੰਘ ਬਲਿੰਗ, ਕਦੇ ਜੀ ਸਾਰਾ ਗੜੀ। ਅੱਜ ਜਦੋਂ ਪੰਜਾਬ ਨੂੰ ਸੱਚੇ ਤੌਰ ਤੇ ਉਹਨਾਂ ਦੀ ਲੋੜ ਪਈ ਆ, ਉਹਨਾਂ ਲੋਕਾਂ ਨੇ ਸਭ ਤੋਂ ਪਹਿਲਾਂ ਪਿੱਠ ਦਿਖਾਈ ਆ। ਉਹਦੇ 'ਚ ਪਹਿਲਾ ਨਾਂ ਆਉਂਦਾ ਸਨੀ ਦਿਓਲ ਦਾ, ਜਿਹੜਾ ਕਿ ਧਰਮਿੰਦਰ ਨੂੰ ਕਿਹਾ ਜਾਂਦਾ ਪੰਜਾਬ ਦਾ ਪੁੱਤ ਹੈ। ਮੇਰਾ ਤਾਂ ਗਵਾਂਢੀ ਪਿੰਡ ਆ, ਮੇਰਾ ਜ਼ਿਲ੍ਹਾ ਲੁਧਿਆਣਾ, ਪਿੰਡ ਹੀਰਾਂ, ਤੇ ਉਹਦਾ ਸਾਹਨੇਵਾਲ। ਜਦੋਂ ਵੀ ਮੈਂ ਕਿਤੇ ਬਾਹਰ ਜਾਂਦਾ ਸੀ ਬੜੇ ਮਾਣ ਨਾਲ ਮੈਂ ਦੱਸਦਾ ਸੀ ਵੀ ਯਾਰ ਧਰਮਿੰਦਰ ਦੇ ਗਵਾਂਢ ਪਿੰਡ ਦੇ ਆ। ਅੱਜ ਮੈਨੂੰ ਉਸ ਗੱਲ ਤੇ ਸ਼ਰਮ ਆਉਂਦੀ ਹੈ ਵੀ ਮੇਰਾ ਉਹ ਗਵਾਂਢੀ ਹੈ, ਉਹ ਇੱਕ ਅਜਿਹਾ ਬੰਦਾ ਜਿਹਨੇ ਪੰਜਾਬ ਦੇ ਨਾਂ ਤੇ ਲੋਕਾਂ ਨੂੰ ਸਿੱਧੇ ਤੌਰ ਤੇ ਮੈਂ ਕਹਾਂ ਕਿ ਪਾਗਲ ਬਹੁਤ ਬਣਾਇਆ, ਪਰ ਜਦੋਂ ਉਹਨਾਂ ਨੂੰ ਲੋੜ ਪਈ ਉਹ ਖੜਿਆ ਨਹੀਂ। ਗੁਰਦਾਸਪੁਰ ਦੇ ਲੋਕਾਂ ਨੇ ਉਹਨੂੰ ਜਿਤਾ ਕੇ ਭੇਜਿਆ ਬਹੁਤ ਵੋਟਾਂ ਨਾਲ। ਸੁਨੀਲ ਜਾਖੜ ਸਾਹਿਬ ਪ੍ਰਧਾਨ ਸੀਗੇ ਜੀ BJP ਦੇ, ਉਹਨਾਂ ਨੇ ਉਹ ਵੀ ਹਰਾਤੇ ਉੱਥੇ ਕਾਂਗਰਸ ਦੇ। ਤਾਂ ਜਾ ਕੇ ਮੋਦੀ ਸਾਹਿਬ ਨਾਲ, ਚਲੋ ਬਾਕੀ MPਆਂ ਨੂੰ ਮੋਦੀ ਸਾਹਿਬ ਮਿਲਦੇ ਨੇ ਨਹੀਂ ਮਿਲਦੇ ਇਹ ਨਹੀਂ ਪਤਾ, ਪਰ ਸਨੀ ਦਿਓਲ ਤਾਂ ਇੱਕ ਵੱਡਾ ਨਾਂ ਸੀ ਨਾ। ਉਹ ਜਾ ਕੇ, ਚਲੋ ਕਰਦੇ ਨਹੀਂ ਕਰਦੇ ਉਹ ਇੱਕ ਵੱਖ ਗੱਲ ਸੀ, ਉਹ ਸਾਨੂੰ ਕਹਿ ਦਿੰਦਾ ਵੀ ਭਾਈ ਮੈਂ ਮੋਦੀ ਸਾਹਿਬ ਨਾਲ ਗੱਲ ਕੀਤੀ ਆ ਕਿ ਇਹਨਾਂ ਬਿੱਲਾਂ ਬਾਰੇ ਸੋਚੋ। ਪਰ ਉਹ ਬੰਦੇ ਨੇ ਦੀ ਤਾਂ ਇੱਕ ਟੁੱਚੀ ਛੋਟੀ ਜੀ ਸਟੇਟਮੈਂਟ ਵੀ ਨਹੀਂ ਆਈ ਹੈਗੀ। ਮੈਨੂੰ ਇਸ ਗੱਲ ਦਾ ਬਹੁਤ ਦੁੱਖ ਹੈ। ਫੇਰ ਗੱਲ ਲੋਕਲ ਗੁਰੂ ਰੰਧਾਵੇ ਦੀ, ਮੈਂ ਕੱਲ ਕਿਹਾ ਵੀ ਸਾਡਾ ਭਰਾ ਹੈ ਤੇ ਮੇਰਾ ਕੋਈ ਉਹਦੇ ਨਾਲ ਨਿੱਜੀ ਵੈਰ ਨਹੀਂ ਹੈਗਾ, ਕੋਈ ਦੁਸ਼ਮਣੀ ਨਹੀਂ ਹੈਗੀ। ਅਸੀਂ ਉਹਦੀ ਇੱਜ਼ਤ ਅੱਜ ਤੱਕ ਤਾਂ ਕਰਦੇ ਸੀ ਕਿਉਂਕਿ ਉਹ ਪੰਜਾਬੀ ਗਾਇਕੀ ਨੂੰ ਬਾਲੀਵੁੱਡ 'ਚ ਲੈ ਕੇ ਜਾਣ ਵਾਲਾ ਬੰਦਾ ਹੈ। ਉਹਨੇ ਝੰਡੇ ਗੱਡਤੇ, ਈਵਨ ਕਿ ਉਹਨੇ ਇੰਟਰਨੈਸ਼ਨਲ ਫੀਚਰਿੰਗ ਕੀਤੀ ਪਿਟਬੁਲ ਦੇ ਨਾਲ। ਇਹ ਵੀ ਇੱਕ ਪ੍ਰਾਪਤੀ ਹੈ ਪੰਜਾਬੀ ਮਿਊਜ਼ਿਕ ਲਈ। ਪਰ ਜਦੋਂ ਅੱਜ ਗੱਲ ਸਾਡੀ ਫਸਲਾਂ ਤੇ, ਰੋਜ਼ੀ ਰੋਟੀ ਤੇ, ਪੰਜਾਬ ਦੇ ਕਿਸਾਨਾਂ ਤੇ ਹੈ, ਤਾਂ ਕਿਸਾਨ ਪਰਿਵਾਰ ਦਾ ਹੀ ਆ ਨਾ ਜੀ। ਛੋਟੇ ਘਰ ਚੋਂ ਉੱਠ ਕੇ ਗਿਆ, ਖੇਤੀ ਕਰਦਾ ਗਿਆ, ਉੱਤੇ ਗਿਆ, ਤਾਂ ਅੱਜ ਉਹਨੂੰ ਉਹ ਗੱਲ ਕਰਨੀ ਚਾਹੀਦੀ ਸੀ। ਕਿਉਂਕਿ ਗੁਰੂ ਰੰਧਾਵਾ ਜਿਹੜਾ ਪਲੇਟਫਾਰਮ ਹੈ ਸਾਡੇ ਲਈ ਕਿਸੇ ਨੈਸ਼ਨਲ ਮਾੜੇ TV ਤੋਂ ਵੱਡਾ ਹੈ, ਉਹਨੂੰ ਗੱਲ ਕਰਨੀ ਚਾਹੀਦੀ ਸੀ।
ਪਰ ਉਹਨੇ ਨਹੀਂ ਕੀਤੀ। ਇਹ ਦੁਖਾਂਤ ਹੈ ਜੀ। ਜੇ ਅੱਜ ਵੀ ਮੇਰੀ ਉਹ ਗੱਲ ਸੁਣਦਾ ਤਾਂ ਭਰਾਵਾ ਪਲੀਜ਼ ਤੂੰ ਅੱਜ ਵੀ ਸਾਡੇ ਨਾਲ ਆ ਜਾ। ਅਸੀਂ ਨਹੀਂ ਕਹਿੰਦੇ ਤੂੰ ਸਾਡੇ ਨਾਲ ਰੈਲੀਆਂ ਤੇ ਆ, ਪਰ ਤੂੰ ਸੋਸ਼ਲ ਮੀਡੀਆ ਤੇ ਤਾਂ ਤੇਰੀ ਗੱਲ ਹੋ ਸਕਦਾ ਤੈਨੂੰ ਦੇਖ ਕੇ 4 ਬਾਲੀਵੁੱਡ ਵਾਲੇ ਵੀ ਸਾਡੇ ਨਾਲ ਆ ਜਾਣ। ਮੈਨੂੰ ਇਹ ਦੱਸੋ ਕਿ ਆਖਰੀ ਸਵਾਲ ਹੈ ਮੇਰਾ, ਇਹ ਝੋਨੇ ਸਾਨੂੰ ਬਚਾਉਣ ਵਾਸਤੇ, ਸਾਡੀਆਂ ਇਹ ਪੈਲੀਆਂ ਬਚਾਉਣ ਵਾਸਤੇ ਸਾਨੂੰ ਧੌਣ ਤੇ ਗੋਡਾ ਧਰਨਾ ਪੈਣਾ ਹੈ, ਤੇ ਜੇ ਹੈ ਤਾਂ ਫਿਰ ਕਿਵੇਂ? ਦੇਖੋ, ਧੌਣ ਤੇ ਗੋਡਾ ਧਰਨ ਦੀ ਗੱਲ ਅਸੀਂ ਪਹਿਲ ਨਹੀਂ ਕਰਦੇ। ਮੈਂ ਵਾਰ-ਵਾਰ ਕਹਿਣਾ ਕਿ ਪਹਿਲਾ ਵਾਰ ਕਲਮਾਂ ਦਾ, ਦੂਜਾ ਵਾਰ ਖੰਡੇ ਨਾਲ। ਹਲੇ ਵੀ ਅਸੀਂ ਪਹਿਲ ਨਹੀਂ ਕਰਦੇ। ਜਦੋਂ ਤੱਕ ਰਾਸ਼ਟਰਪਤੀ ਨੇ ਸਾਈਨ ਨਹੀਂ ਕੀਤੇ ਸੀ, ਮੈਂ ਉਦੋਂ ਵੀ ਕਿਹਾ ਸੀਗਾ ਸ਼ੰਭੂ ਬੈਰੀਅਰ ਤੇ ਅਸੀਂ ਹੱਥ ਬੰਨ੍ਹ ਕੇ ਰਿਕੁਐਸਟ ਕਰਦੇ ਹਾਂ, ਅਸੀਂ ਅੱਜ ਵੀ ਕਰਦੇ ਹਾਂ ਕਿ ਪੰਜਾਬ ਵੈਸੇ ਹੀ ਬਹੁਤ ਮਦਹਾਲੇ ਦੌਰ ਚੋਂ ਗੁਜ਼ਰ ਰਿਹਾ, ਪਰ ਪੰਜਾਬੀ ਨੇ ਜਿਹੜੇ ਜਿੰਦਾ ਦਿਲ ਨੇ, ਹਮੇਸ਼ਾ ਹਾਂ ਦਾ ਨਾਰਾ ਮਾਰਨ ਵਾਲੇ ਨੇ। ਜੇ ਅੱਜ ਪੰਜਾਬ 'ਚ ਮੰਨ ਲਓ ਵੀ ਕੋਈ ਪ੍ਰੋਬਲਮ ਵੀ ਆ, ਸਾਡੇ ਭਰਾ ਇੰਨੇ ਕੁ ਬਾਹਰ ਚਲੇ ਗਏ, ਉਹ ਸਾਡੀ ਹੈਲਪ ਕਰਨ ਨੂੰ ਤਿਆਰ ਖੜੇ ਨੇ। ਜਦੋਂ ਅਸੀਂ ਪਾਕਿਸਤਾਨ ਨੂੰ 500 ਮਿਲੀਅਨ ਪਾਉਂਡ ਦੇ ਸਕਦੇ ਹਾਂ, ਤਾਂ ਅਸੀਂ ਆਪਦੇ ਬੰਦਿਆਂ ਲਈ ਕਿਉਂ ਨਹੀਂ ਕੁਝ ਕਰ ਸਕਦੇ? ਪਰ ਇੱਥੇ ਦੁਖਾਂਤ ਇਹ ਆ ਵੀ ਇਹਨੂੰ ਹਿੰਦੁਸਤਾਨ ਕਿਹਾ ਜਾਂਦਾ, ਪੰਜਾਬ ਇਹਦਾ ਸੂਬਾ ਹੈ। ਇੱਥੇ ਹਿੰਦੁਸਤਾਨ 'ਚ ਪੰਜਾਬੀਆਂ ਨਾਲ ਵਿਤਕਰਾ ਹੋ ਰਿਹਾ। ਕਿਸਾਨਾਂ ਕੋਲੇ ਖੇਤੀ ਤੋਂ ਬਿਨਾ ਹੋਰ, ਤੁਸੀਂ ਮੋਦੀ ਜੀ ਕਿਹਾ ਸੀ ਵੀ 2 ਕਰੋੜ ਨੌਕਰੀਆਂ ਆਏ ਸਾਲ ਦੇਵਾਂਗੇ, ਨੌਕਰੀ ਤਾਂ ਸਾਨੂੰ ਮਿਲੀ ਨਹੀਂ, ਸਾਡੇ ਕੋਲ ਤਾਂ ਖੇਤੀ ਹੈ। ਹੁਣ ਧੌਣ ਤੇ ਗੋਡਾ ਤਾਂ ਫਿਰ ਅਖੀਰ 'ਚ ਧਰਨਾ ਪਊਗਾ ਨਾ, ਜੇ ਤੁਸੀਂ ਖੇਤੀ ਵੀ ਖੋਹ ਕੇ ਕਾਰਪੋਰੇਟ ਘਰਾਣਿਆਂ ਨੂੰ ਦੇਤੀ। ਸੋ ਤਾਂ ਕਰਕੇ ਮੈਂ ਤਾਂ ਅੱਜ ਵੀ ਇਹੀ ਬੇਨਤੀ ਕਰਦਾ ਕਿ ਇਹ ਬਿੱਲ ਤੁਸੀਂ ਇੱਥੇ ਹੀ ਰੱਦ ਕਰ ਦਿਓ ਨਾ। ਸਾਨੂੰ, ਜੇ ਤੁਸੀਂ ਸਾਨੂੰ ਸਹੀ ਚੀਜ਼ਾਂ ਨਹੀਂ ਦੇ ਸਕਦੇ, ਜੇ ਤੁਸੀਂ ਸਾਡੀ ਖੇਤੀ ਨੂੰ ਬਚਾ ਨਹੀਂ ਸਕਦੇ, ਪ੍ਰੋਫਿਟ ਨਹੀਂ ਕਰ ਸਕਦੇ, ਤਾਂ ਤੁਸੀਂ ਉਹਨੂੰ ਪਿੱਛੇ ਵੀ ਨਾ ਧੱਕੋ। ਇਹ ਰਿਕੁਐਸਟ ਹੈ ਜੀ ਮੇਰੀ, ਮੈਂ ਅੱਜ ਵੀ ਰਿਕੁਐਸਟ ਹੀ ਬਹੁਤ ਕਰਦਾ। ਸਟੇਜਾਂ ਤੋਂ ਲਗਾਤਾਰ ਇਹ ਗੱਲ ਕਹੀ ਜਾ ਰਹੀ। ਆਖਰੀ ਸਵਾਲ ਹੈ ਮੇਰਾ ਕਿ ਸਾਡੇ ਹੱਥ ਪੰਜਾਲੀਆਂ ਵਾਲੇ ਆ, 47 ਚੱਕਣ ਨੂੰ ਮਜਬੂਰ ਕੀਤਾ ਜਾਂਦਾ, ਅਸੀਂ ਚੱਕਣ ਤੇ ਜੀ ਨਹੀਂ ਕਰਦਾ। ਸਾਡੇ ਵਾਸਤੇ ਉਹ ਦੌਰ ਨਾ ਲਿਆਂਦਾ ਜਾਵੇ ਕਿ ਅਸੀਂ ਇਹੋ ਜਿਹਾ ਕੁਝ ਕਰਨ ਨੂੰ ਮਜਬੂਰ ਹੋਈਏ। ਇਹ ਸਵਾਲ ਤੁਹਾਡਾ ਮੈਨੂੰ ਲੱਗਦਾ ਵੀ ਬਹੁਤ ਵੱਡਾ ਸਵਾਲ ਹੈ। ਉੱਥੇ ਮੈਂ ਕਿਹਾ ਸੀ ਵੀ ਦਿੱਲੀ ਇਹ ਤੇਰੇ ਕੰਮ ਨਕਮੇ, ਫੇਰ ਕਹੇਗੀ ਬਾਗੀ ਜੰਮੇ। ਇਹਦਾ ਇਹੀ ਜਵਾਬ ਹੈ ਵੀ ਇਹ ਸਾਡੇ ਵੱਲੋਂ ਕਦੇ ਵੀ ਪਹਿਲ ਨਹੀਂ ਕੀਤੀ ਗਈ। ਅੱਜ ਪੰਜਾਬ ਦਾ ਬੱਚਾ ਹਰ ਇੱਕ ਆਰਟਿਸਟ ਇਹੀ ਗੱਲ ਕਹਿ ਰਿਹਾ ਵੀ ਅਸੀਂ ਪਹਿਲ ਨਹੀਂ ਕੀਤੀ ਤੇ ਸਾਨੂੰ ਤੁਸੀਂ ਮਜਬੂਰ ਵੀ ਨਾ ਕਰੋ। ਜਦੋਂ ਹੁਣ ਉਹ ਗੱਲ ਉੱਥੇ ਹੀ ਆ, ਫਿਰ ਮਰਿਆਂ ਨਾਲੋਂ ਤਾਂ ਫਿਰ ਮਾਰੇ ਚੰਗੇ। ਜੇ ਆ ਕੇ ਪੰਜਾਬੀ ਤਾਂ ਉਦਾਂ ਵੀ ਅੜਬ ਸੁਭਾਅ ਦੇ ਨੇ, ਜੇ ਆ ਕੇ ਸਿੱਧੇ ਤੌਰ ਤੇ ਥੋਪੋਗੇ ਜਾਂ ਖੋਹੋਗੇ, ਫਿਰ ਅੱਜ ਉਹ ਦੌਰ ਨਹੀਂ ਰਿਹਾ ਵੀ ਅਸੀਂ ਡਾਂਗਾ ਖਾ ਕੇ ਆਪਦੇ ਘਰੇ ਬਹਿ ਜਾਾਂਗੇ। ਅੱਜ ਤਾਂ ਇਹ ਆ ਵੀ ਖੇਤ ਸਾਡਾ ਸਾਰਾ ਕੁਝ ਨੇ, ਸਾਡਾ ਇੱਕ ਸਾਡਾ ਸ਼ੁਰੂ ਹੁੰਦਾ ਸਾਰਾ ਕੁਝ ਖੇਤਾਂ ਤੋਂ ਤੇ ਖਤਮ ਵੀ ਸਾਰਾ ਕੁਝ ਖੇਤਾਂ ਤੇ ਹੋ ਜਾਂਦਾ। ਤਾਂ ਉਹਦੇ ਪਿੱਛੇ ਫਿਰ ਅਸੀਂ ਸਭ ਕੁਝ ਕਰ ਸਕਦੇ ਹਾਂ ਜੀ, ਚਾਹੇ ਉਹ 47 ਹੋਣ, ਚਾਹੇ ਉਹ ਡਾਂਗਾ ਹੋਣ। ਸੌਰੀ ਟੂ ਸੇ, ਮੈਂ ਨਾਂ ਨਹੀਂ ਲੈਣਾ ਚਾਹੁੰਦਾ ਸੀ, ਪਰ ਜੋ ਸਾਡੇ ਤੋਂ ਬਣਦਾ ਸਰਦਾ ਹੋਇਆ ਅਸੀਂ ਉਹ ਅਖੀਰਲੇ ਦਮ ਤੱਕ ਕਰਾਂਗੇ। ਬਹੁਤ ਧੰਨਵਾਦ ਗੱਲਬਾਤ ਕਰਨ ਵਾਸਤੇ। ਪਾਸ਼ ਵੀ ਕਹਿੰਦੇ ਆ ਕਿ ਖੇਤਾਂ ਦਾ ਪੁੱਤ ਹੋ ਕੇ ਤੁਹਾਡੇ ਚਗਲੇ ਹੋਏ ਸਵਾਦਾਂ ਦੀ ਗੱਲ ਨਹੀਂ ਕਰ ਸਕਦਾ, ਤਾਂ ਬੜਾ ਲਾਜ਼ਮੀ ਹੈ ਕਿ ਅੱਜ ਇਸ ਸੰਘਰਸ਼ ਨੂੰ ਜੋਸ਼ ਤੇ ਹੋਸ਼ ਦੋਵਾਂ ਦੇ ਨਾਲ ਵਧੀਆ ਤਰੀਕੇ ਨਾਲ ਨੇਪਰੇ ਚਾੜਿਆ ਜਾਵੇ। ਪੰਜਾਬ ਆਪਦੀ ਖੇਤਾਂ ਦੀ, ਖੇਤੀ ਦੀ, ਵਾਹੀ ਦੀ ਜ਼ਮੀਨ ਦੀ 1 ਇੰਚ ਵੀ ਦੇਣ ਨੂੰ ਤਿਆਰ ਨਹੀਂ ਹੈ ਕਿਸੇ ਕਾਰਪੋਰੇਟ ਘਰਾਣੇ ਨੂੰ। ਕੈਮਰਾ ਪਰਸਨ ਰਾਜਵਿੰਦਰ ਟੋਨੀ ਦੇ ਨਾਲ ਸਿਮਰਨਜੋਤ ਸਿੰਘ, ਡੇਲੀ ਪੋਸਟ, ਬਠਿੰਡਾ।